ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਨਿਤਨੇਮ ਦੀ ਬਾਣੀ ਦੇ ਪਾਠ ਉਪਰੰਤ ਸਤਿਕਾਰਯੋਗ ਭਾਈ ਸੁਰਜੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਸਤਿਗੁਰੂ ਜੀ ਦੀ ਪਰਮ ਪਵਿੱਤਰ ਬਖਸ਼ੀ ਹੋਈ ਵਿਚਾਰਧਾਰਾ ਨਾਲ ਜੋੜੀਏ। ਜਿਵੇਂ ਆਪ ਜੀ ਨੂੰ ਪਤਾ ਹੀ ਹੋਏਗਾ ਕਿ ਕੱਲ 1 ਸਤੰਬਰ 2016 ਦਿਨ ਵੀਰਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਸੀ। ਉਸੇ ਦੇ ਸੰਬੰਧ ਵਿੱਚ ਹੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮੈਂ ਇੱਕ ਆਪ ਜੀ ਨੂੰ ਛੋਟੀ ਜਿਹੀ ਸਲਾਹ ਦੇ ਰੂਪ ਵਿੱਚ ਵਿਚਾਰ ਦੇਣਾ ਚਾਹੁੰਦਾ ਹਾਂ ਕਿ ਸੰਸਾਰ ਦੇ ਅੰਦਰ ਜਿੰਨੇ ਵੀ ਧਰਮ ਹਨ ਅਤੇ ਉਹਨਾਂ ਧਰਮਾਂ ਦੇ ਜਿੰਨੇ ਵੀ ਧਰਮ ਗ੍ਰੰਥ ਹਨ, ਸਾਨੂੰ ਚਾਹੀਦਾ ਹੈ ਕਿ ਅਸੀਂ ਸਭਨਾਂ ਦਾ ਹੀ ਸਤਿਕਾਰ ਤੇ ਸਨਮਾਨ ਕਰੀਏ। ਕਿਸੇ ਗ੍ਰੰਥ ਦੀ ਕਿਸੇ ਦੂਸਰੇ ਗ੍ਰੰਥ ਨਾਲ ਸਾਨੂੰ ਤੁਲਨਾ ਨਹੀਂ ਕਰਨੀ ਚਾਹੀਦੀ। ਮੈਂ ਇਸ ਤਰ੍ਹਾਂ ਹੀ ਸੋਚ ਰਿਹਾ ਸਾਂ ਕਿ ਕੋਈ ਵੀ ਚੀਜ਼ ਇੱਕੋ ਦਮ ਆਪਣੀ ਸਿਖਰ ਤੇ ਨਹੀਂ ਪਹੁੰਚਦੀ। ਅਕਸਰ ਹੌਲੀ ਹੌਲੀ ਕੋਈ ਵੀ ਚੀਜ਼ ਲਓ ਸੰਸਾਰ ਵਿੱਚ, ਉਹ ਡਿਵੈਲਪ ਹੁੰਦੀ ਹੁੰਦੀ ਆਪਣੇ ਕਿਸੇ ਇੱਕ ਮੁਕਾਮ ਤੇ ਪਹੁੰਚਦੀ ਹੈ। ਛੋਟਾ ਜਿਹਾ ਅਸੀਂ ਫਲਦਾਰ ਫੁੱਲਾਂ ਵਾਲਾ ਪੌਦਾ ਹੀ ਲਗਾਉਣਾ ਚਾਹੀਏ ਤੇ ਜੇ ਪਹਿਲੇ ਹੀ ਦਿਨ ਆਖੀਏ ਕਿ ਇਸ ਨੂੰ ਫਲ ਤੇ ਫੁੱਲ ਲੱਗ ਜਾਣ, ਐਸਾ ਅਸੰਭਵ ਹੈ। ਵਕਤ ਆਏਗਾ, ਅੱਜ ਬੀਜਿਆ ਗਿਆ ਹੈ, ਵੱਡਾ ਹੋਏਗਾ, ਉਸ ਨੂੰ ਫੁੱਲ ਵੀ ਨਿਕਲਣਗੇ ਤੇ ਫਲ ਵੀ ਜ਼ਰੂਰ ਆਉਣਗੇ। ਇਸੇ ਤਰ੍ਹਾਂ ਅਧਿਆਤਮਿਕਤਾ ਦੀ ਦੁਨੀਆ ਵਿੱਚ ਜਿੰਨੇ ਵੀ ਧਰਮ ਗ੍ਰੰਥ ਲਿਖੇ ਗਏ ਨੇ, ਹੌਲੀ ਹੌਲੀ ਮਹਾਂਪੁਰਸ਼ਾਂ ਦੇ ਦਿਲ ਦਿਮਾਗ ਡਿਵੈਲਪ ਹੁੰਦੇ ਹੁੰਦੇ ਉੱਨਤੀ ਤਰੱਕੀ ਕਰਦੇ ਕਰਦੇ ਇੱਥੋਂ ਤੱਕ ਪਹੁੰਚੇ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਇਸ ਉੱਚ ਪਾਏ ਦਾ ਦੁਨੀਆ ਦੇ ਲੋਕਾਂ ਨੂੰ ਇੱਕ ਪਵਿੱਤਰ ਧਰਮ ਗ੍ਰੰਥ ਦੇ ਸਕੇ। ਸੋ ਅਸੀਂ ਹਮੇਸ਼ਾ ਹੀ ਇਹ ਧਿਆਨ ਵਿੱਚ ਰੱਖੀਏ ਕਿ ਸਾਰੇ ਹੀ ਧਰਮ ਗ੍ਰੰਥ ਸਤਿਕਾਰਯੋਗ ਨੇ, ਸਾਰੇ ਹੀ ਧਰਮ ਸਤਿਕਾਰਯੋਗ ਨੇ, ਕੋਈ ਨੀਵਾਂ ਨਹੀਂ ਤੇ ਕੋਈ ਉੱਚਾ ਨਹੀਂ। ਹਾਂ, ਇੱਕ ਗੱਲ ਹੋ ਸਕਦੀ ਏ ਕਿ ਸਾਰੇ ਧਰਮਾਂ ਦੀ ਜੋ ਆਪਣੀ ਆਪਣੀ ਵਿਚਾਰਧਾਰਾ ਏ, ਉਹਦੇ ਵਿੱਚ ਇੱਕ ਦੂਜੇ ਨਾਲੋਂ ਕੋਈ ਵਿਲੱਖਣਤਾ ਜ਼ਰੂਰ ਹੋ ਸਕਦੀ ਏ। ਸੋ ਆਓ ਅਸੀਂ ਸ਼ੁਰੂ ਕਰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧ ਵਿੱਚ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਵਸ, ਜਿਵੇਂ ਅਸੀਂ ਪਹਿਲਾਂ ਸੁਣ ਹੀ ਲਿਆ ਕਿ ਸਤੰਬਰ ਸੰਨ 1604 ਵਿੱਚ ਭਾਦਰੋਂ ਸੁਦੀ 1 ਨੂੰ ਅਸੀਂ ਵੈਸੇ ਅੱਜ ਕੱਲ੍ਹ ਹਰਿਮੰਦਰ ਸਾਹਿਬ ਆਖਣਾ ਪ੍ਰਾਰੰਭ ਕੀਤਾ ਹੈ।
ਉਸ ਤੋਂ ਅੱਗੇ ਅਸੀਂ ਇਸ ਨੂੰ ਗੋਲਡਨ ਟੈਂਪਲ ਵਿੱਚ ਬਦਲ ਦਿੱਤਾ ਹੈ। ਪਰ ਮੈਨੂੰ ਤੇ ਉਹੀ ਲੱਗਦਾ ਹੈ ਕਿ ਉਹ ਗੁਰੂ ਸਾਹਿਬ ਨੇ ਇੱਕ ਗੁਰਦੁਆਰਾ ਬਣਾਇਆ ਸੀ, ਜਿਸ ਗੁਰਦੁਆਰੇ ਦਾ ਨਾਂ ਉਹਨਾਂ ਨੇ ਹਰਿਮੰਦਰ ਸਾਹਿਬ ਰੱਖਿਆ ਸੀ। ਉਸ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦੇ ਵਿਖੇ ਸਤਿਗੁਰੂ ਜੀ ਨੇ ਪਹਿਲਾ ਪ੍ਰਕਾਸ਼ ਆਦਿ ਬੀੜ ਸਾਹਿਬ ਦਾ ਕਰਵਾਇਆ। ਇਹ ਆਦਿ ਬੀੜ ਸਾਹਿਬ ਕਈ ਕਦਮ ਤੈਅ ਕਰਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ। ਮੈਂ ਆਪ ਜੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਉਹ ਸਫ਼ਰ ਹੈ, ਇੱਕ ਕਿਤਾਬ ਤੋਂ ਆਰੰਭ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਪੁੱਜਣਾ, ਉਸ ਦੀ ਵਿਚਾਰ ਸਾਂਝੀ ਕਰਾਂਗਾ। ਕਿਤਾਬ ਤੋਂ ਬਾਅਦ ਪੋਥੀ ਤੋਂ ਬਾਅਦ ਆਦਿ ਬੀੜ ਤੇ ਆਦਿ ਬੀੜ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਸ ਦੇ ਮੈਂ ਕੁਝ ਪ੍ਰਮਾਣ ਆਪ ਜੀ ਨਾਲ ਸਾਂਝੇ ਕਰਨੇ ਨੇ। ਪ੍ਰਮਾਣ ਇਸ ਲਈ ਦੇਣ ਦੀ ਜ਼ਰੂਰਤ ਪੈਂਦੀ ਹੈ ਕਿ ਜਦੋਂ ਅਸੀਂ ਸ਼ਬਦ ਕਿਤਾਬ ਵਰਤਦੇ ਹਾਂ, ਮੇਰੇ ਮਨ ਨੂੰ ਵੀ ਤੇ ਸ਼ਾਇਦ ਆਪ ਸਾਰਿਆਂ ਦੇ ਮਨ ਨੂੰ ਇਹ ਗੱਲ ਭਾਏਗੀ ਨਹੀਂ, ਚੰਗੀ ਨਹੀਂ ਲੱਗੇਗੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਕੋਈ ਕਿਤਾਬ ਸ਼ਬਦ ਵਰਤੇ। ਮੈਨੂੰ ਵੀ ਚੰਗੀ ਨਹੀਂ ਲੱਗਦੀ, ਪਰ ਅਸੀਂ ਛੇਤੀ ਨਾਲ ਕਾਹਲੇ ਪੈਂਦੇ ਹਾਂ। ਇਹ ਕਿਤਾਬ ਸ਼ਬਦ ਦੇ ਮੈਂ ਅਰਥ ਪੜ੍ਹ ਰਿਹਾ ਸਾਂ। ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ, ਕਿਤਾਬ ਸ਼ਬਦ ਜਿਹੜਾ ਹੈ ਨਾ, ਇਹ ਅਰਬੀ ਦਾ ਸ਼ਬਦ ਹੈ ਤੇ ਇਸ ਦਾ ਮਤਲਬ ਪੋਥੀ ਤੇ ਗ੍ਰੰਥ ਹੀ ਹੁੰਦਾ ਹੈ। ਕੋਈ ਆਕਾਰ ਛੋਟਾ ਹੋਵੇ ਉਸ ਨੂੰ ਕਿਤਾਬ ਆਖਦੇ ਹਾਂ, ਉਸ ਤੋਂ ਅੱਗੇ ਆਕਾਰ ਵੱਡਾ ਹੋ ਜਾਏ ਉਹ ਪੋਥੀ ਬਣ ਜਾਂਦੀ ਏ, ਤੇ ਬਹੁਤ ਸਾਰੀਆਂ ਪੋਥੀਆਂ ਮਿਲਾ ਕੇ ਵੱਡਾ ਜਿਹਾ ਆਕਾਰ ਬਣ ਜਾਏ ਉਸ ਨੂੰ ਗ੍ਰੰਥ ਆਖਣਾ ਲੋਕ ਪ੍ਰਾਰੰਭ ਕਰ ਦਿੰਦੇ ਨੇ। ਸੋ ਕਿਤਾਬ ਦਾ ਅਰਥ ਉਹਨਾਂ ਨੇ ਕੀਤਾ ਹੈ ਪਵਿੱਤਰ ਗ੍ਰੰਥ। ਇਸ ਕਿਤਾਬ ਦੇ ਸੰਬੰਧ ਵਿੱਚ ਮੈਂ ਦੋ ਪ੍ਰਮਾਣ ਆਪ ਜੀ ਨਾਲ ਸਾਂਝੇ ਕਰਨੇ ਨੇ, ਜੋ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਵਰਤੇ ਹੋਏ ਨੇ। ਉਹਨਾਂ ਦਾ ਵਿਚਾਰ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਾਣੀ ਲਿਖਣੀ ਪ੍ਰਾਰੰਭ ਕੀਤੀ ਸੀ, ਪਹਿਲੇ ਦਿਨ ਤੇ ਕੋਈ ਕਿਤਾਬ ਜਾਂ ਪੋਥੀ ਵੀ ਨਹੀਂ ਬਣ ਗਈ ਹੋਏਗੀ। ਅਕਸਰ ਉਹਨਾਂ ਨੇ ਜਦੋਂ ਵੀ ਹੱਥ ਵਿੱਚ ਕਲਮ ਫੜੀ ਹੋਏਗੀ, ਕਾਗਜ਼ ਤੇ ਰੱਖੀ ਹੋਏਗੀ, ਤੇ ਪਹਿਲਾਂ ਇੱਕ ਅੱਖਰ ਹੀ ਬਣਿਆ ਹੋਏਗਾ। ਉਸ ਇੱਕ ਅੱਖਰ ਤੋਂ ਲਿਖਦਿਆਂ ਸ਼ਬਦ ਬਣੇ, ਸ਼ਬਦਾਂ ਤੋਂ ਵਾਕ ਬਣੇ, ਵਾਕਾਂ ਤੋਂ ਅੱਗੇ ਪੌੜੀਆਂ ਤੇ ਛੰਤ ਤੇ ਸ਼ਲੋਕ ਬਣੇ, ਉਹਨਾਂ ਤੋਂ ਅੱਗੇ ਫਿਰ ਕੋਈ ਪੂਰੀ ਬਾਣੀ ਬਣ ਗਈ। ਪੂਰੀਆਂ ਬਾਣੀਆਂ ਨੂੰ ਇਕੱਠਿਆਂ ਕਰਦਿਆਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਇਹ ਆਦਿ ਬੀੜ ਦਾ ਰੂਪ ਧਾਰਨ ਕਰ ਗਈ। ਭਾਈ ਸਾਹਿਬ ਲਿਖਦੇ ਨੇ ਕਿ ਬਾਬਾ ਗੁਰੂ ਨਾਨਕ ਸਾਹਿਬ ਮੱਕੇ ਵਿੱਚ ਚਲੇ ਗਏ। ਮੱਕੇ ਵਿੱਚ ਜਦੋਂ ਗਏ, ਉਹਨਾਂ ਦੇ ਹੱਥ ਵਿੱਚ ਆਸਾ ਯਾਨੀ ਇੱਕ ਮੋਟਾ ਜਿਹਾ ਸੋਟਾ ਸੀ, ਡੰਡਾ, ਜਿਵੇਂ ਇਸਲਾਮ ਦੇ ਸੂਫੀ ਫਕੀਰ ਆਪਣੇ ਹੱਥਾਂ ਵਿੱਚ ਰੱਖਦੇ ਨੇ, ਇਸ ਤਰ੍ਹਾਂ ਦਾ ਉਹਨਾਂ ਦੇ ਹੱਥ ਵਿੱਚ ਇੱਕ ਮੋਟਾ ਜਿਹਾ ਡੰਡਾ ਸੀ। ਆਸਾ ਹੱਥ, ਕਿਤਾਬ ਕੱਛ, ਤੇ ਉਹਨਾਂ ਨੇ ਇਸ ਤਰ੍ਹਾਂ ਆਪਣੇ ਨਾਲ, ਜਿਸ ਤਰ੍ਹਾਂ ਇਸਲਾਮ ਵਾਲੇ ਆਪਣੀ ਕਿਸੇ ਧਰਮ ਪੋਥੀ ਨੂੰ ਕੱਛ ਵਿੱਚ ਦੇ ਕੇ ਅੱਗੇ ਵਧਦੇ ਨੇ, ਉਹਨਾਂ ਦੇ ਕੋਲ ਵੀ ਇਸੇ ਤਰ੍ਹਾਂ ਹੀ ਇੱਕ ਕਿਤਾਬ ਸੀ। ਆਸਾ ਹੱਥ, ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਧਾਰੀ। ਇੱਕ ਕੁੱਜਾ ਸੀ ਪਾਣੀ ਵਾਲਾ। ਗੁਰੂ ਨਾਨਕ ਸਾਹਿਬ ਬਾਂਗ ਵੀ ਇਸਲਾਮ ਦੇ ਪੀਰਾਂ ਵਾਂਗੂ ਹੀ ਦਿੰਦੇ ਸਨ, ਤੇ ਉਹਨਾਂ ਕੋਲ ਜਿਵੇਂ ਪੀਰਾਂ ਦੇ ਕੋਲ ਇੱਕ ਮੁਸੱਲਾ ਥੱਲੇ ਵਿਛਾ ਕੇ ਇਬਾਦਤ ਕਰਨ ਵਾਲਾ ਕੱਪੜਾ ਹੁੰਦਾ ਹੈ, ਉਹਨਾਂ ਕੋਲ ਇਹ ਵੀ ਸੀ। ਸੋ ਇੱਥੇ ਸ਼ਬਦ ਮੈਂ ਧਿਆਨ ਤੁਹਾਡਾ ਸਿਰਫ ਕਿਤਾਬ ਵੱਲ ਲਿਜਾਣਾ ਚਾਹੁੰਦਾ ਹਾਂ ਕਿ ਭਾਈ ਗੁਰਦਾਸ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ
ਨਿਰਮਿਤ ਕੀਤੀ ਗਈ ਪਹਿਲੀ ਪੋਥੀ ਨੂੰ ਕਿਤਾਬ ਹੀ ਲਿਖਿਆ। ਦੂਸਰਾ ਪ੍ਰਮਾਣ, ਆਪ ਜੀ ਲਿਖਦੇ ਨੇ ਕਿ ਜਦੋਂ ਉੱਥੇ ਉਹ ਮੱਕੇ ਦੇ ਅੰਦਰ ਚਲੇ ਗਏ, ਪ੍ਰਵੇਸ਼ ਕਰ ਗਏ, ਉੱਥੇ ਬਹੁਤ ਸਾਰੇ ਕਾਜ਼ੀ ਤੇ ਮੁਲਾਣੇ ਉਹਨਾਂ ਨੂੰ ਮਿਲੇ। ਉਹਨਾਂ ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਇੱਕ ਕਿਤਾਬ ਹੈ ਤੇ ਉਹਨਾਂ ਨੇ ਇੱਕ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਤੇ। ਸਵਾਲ ਇਹ ਹੈ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ। ਗੁਰੂ ਨਾਨਕ ਸਾਹਿਬ ਦੇ ਉਸ ਵਕਤ ਹਿੰਦੁਸਤਾਨ ਦੇ ਅੰਦਰ ਇਹ ਵੱਡੇ ਦੋ ਫਿਰਕੇ ਸਨ, ਹਿੰਦੂ ਤੇ ਮੁਸਲਿਮ। ਉਹ ਕਾਜ਼ੀ ਪੁੱਛਦੇ ਨੇ ਕਿ ਗੁਰੂ ਨਾਨਕ, ਸਾਨੂੰ ਇਹ ਦੱਸੋ, ਜਿਹੜੀ ਤੁਹਾਡੇ ਕੋਲ ਕਿਤਾਬ ਹੈ ਜਿਸ ਵਿੱਚ ਤੁਸੀਂ ਆਪਣੀ ਵਿਚਾਰਧਾਰਾ ਲਿਖ ਰਹੇ ਹੋ, ਇਹਦੇ ਵਿੱਚ ਤੁਸੀਂ ਇਹਨਾਂ ਦੋ ਫਿਰਕਿਆਂ ਵਿੱਚੋਂ ਕਿਸ ਨੂੰ ਵੱਡਾ ਤੇ ਕਿਸ ਨੂੰ ਛੋਟਾ ਲਿਖਦੇ ਹੋ? ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਅਮਲ ਚੰਗੇ ਹੋਣ ਤੇ ਮੁਸਲਿਮ ਵੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋਏਗਾ, ਅਮਲ ਚੰਗੇ ਹੋਣ ਤੇ ਹਿੰਦੂ ਵੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋਏਗਾ। ਜੇ ਅਮਲ ਚੰਗੇ ਨਹੀਂ ਤੇ ਦੋਨਾਂ ਵਿੱਚੋਂ ਕੋਈ ਵੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਸੋ ਮੇਰਾ ਮਤਲਬ ਇੱਥੇ ਵੀ ਤੁਹਾਡਾ ਧਿਆਨ ਕਿਤਾਬ ਵੱਲ ਲਿਜਾਣਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਵਕਤ ਸੀ ਜਦੋਂ ਉਹਨਾਂ ਕੋਲ ਇੱਕ ਕਿਤਾਬ ਸੀ। ਫਿਰ ਇਹ ਕਿਤਾਬ ਪੋਥੀ ਕਦੋਂ ਬਣ ਗਈ? ਅਸੀਂ ਹੁਣ ਇਹ ਗੱਲ ਵੇਖਦੇ ਹਾਂ। ਵਕਤ ਆਇਆ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ 4 ਮਿਸ਼ਨਰੀ ਦੌਰੇ ਕੀਤੇ, ਜਿਨ੍ਹਾਂ ਨੂੰ ਅਸੀਂ 4 ਉਦਾਸੀਆਂ ਆਖਦੇ ਹਾਂ। ਉਹਨਾਂ ਦੌਰਿਆਂ ਦੇ ਦੌਰਾਨ ਉਹਨਾਂ ਨੇ ਬਹੁਤ ਸਾਰੇ ਹਿੰਦੂ ਭਗਤਾਂ, ਵੈਸੇ ਭਗਤਾਂ ਦੀ ਤੇ ਜ਼ਾਤ ਨਹੀਂ ਹੁੰਦੀ ਪਰ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ, ਭਗਤਾਂ, ਸੰਤਾਂ, ਸੂਫੀ ਫਕੀਰਾਂ ਇਤਿਆਦਿਕ ਦੀ ਬਾਣੀ ਉਹਨਾਂ ਨੇ ਇਕੱਠੀ ਕੀਤੀ। ਤੇ ਇਸ ਜਗ੍ਹਾ ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਬਚਨ ਬੜਾ ਕਮਾਲ ਦਾ ਲਿਖਿਆ ਗੁਰੂ ਨਾਨਕ ਸਾਹਿਬ ਦੇ ਬਾਰੇ। ਉਹ ਆਖਦੇ ਨੇ, ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਦੇ ਦੌਰਾਨ ਬਾਕੀ ਚੀਜ਼ਾਂ ਤੇ ਭੁਲਾ ਸਕਦੇ ਨੇ, ਪਰ ਉਹਨਾਂ ਨੇ ਕਦੀ 3 ਚੀਜ਼ਾਂ ਨਹੀਂ ਸੀ ਭੁਲਾਈਆਂ। ਉਹਨਾਂ ਦਾ ਬੜਾ ਹੀ ਧਿਆਨ ਰੱਖਦੇ ਸਨ। ਉਹਨਾਂ ਨੇ ਉਹ 3 ਚੀਜ਼ਾਂ ਲਿਖੀਆਂ ਨੇ, ਸੂਈ ਧਾਗਾ, ਕਲਮ ਦਵਾਤ ਤੇ ਕਾਗਜ਼। ਇਹ 3 ਚੀਜ਼ਾਂ, ਸੂਈ ਧਾਗਾ 1, ਕਲਮ ਦਵਾਤ 1 ਤੇ ਕਾਗਜ਼ 1। ਇਹ 3 ਚੀਜ਼ਾਂ ਹਮੇਸ਼ਾ ਉਹ ਆਪਣੇ ਨਾਲ ਬੜਾ ਹੀ ਸੰਭਾਲ ਕੇ ਰੱਖਿਆ ਕਰਦੇ ਸਨ। ਉਹ ਭਗਤਾਂ ਦੀ ਬਾਣੀ ਲਿਖੀ ਹੋਈ ਮਿਲ ਗਈ ਤੇ ਕਾਗਜ਼ ਲਿਆ ਤੇ ਆਪਣੇ ਕਾਗਜ਼ਾਂ ਵਿੱਚ ਉਸ ਨੂੰ ਨੱਥੀ ਕਰ ਲਿਆ। ਜੇ ਲਿਖੀ ਹੋਈ ਨਾ ਮਿਲੀ, ਆਪ ਲਿਖਣੀ ਪਈ ਤੇ ਕਲਮ ਦਵਾਤ ਨਾਲ ਆਪਣੇ ਕੋਲੋਂ ਕੱਢਿਆ ਕਾਗਜ਼ ਉਹਦੇ ਉੱਤੇ ਲਿਖ ਕੇ ਤੇ ਆਪਣੇ ਕਾਗਜ਼ਾਂ ਨਾਲ ਨੱਥੀ ਕਰ ਲਿਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਜਿਹੜੀ ਕਿਤਾਬ ਦਾ ਰੂਪ ਛੋਟੀ ਪੋਥੀ ਸੀ, ਹੌਲੀ ਹੌਲੀ ਉਹ ਵੱਡਾ ਰੂਪ ਧਾਰਨ ਕਰਦੀ ਗਈ। ਆਖਰ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣਾ ਸਥਾਨ ਭਾਈ ਲਹਿਣਾ ਜੀ ਨੂੰ ਸੌਂਪਣਾ ਸੀ, ਉਦੋਂ ਉਹਨਾਂ ਨੇ ਜਿਹੜੀ ਉਹਨਾਂ ਦੇ ਪਾਸ ਇਹ ਪੋਥੀ ਬਣੀ ਸੀ ਗੁਰਬਾਣੀ ਵਾਲੀ, ਉਹ ਪੋਥੀ ਵੀ ਸੌਂਪ ਦਿੱਤੀ। ਉਸ ਵਕਤ ਇਸ ਕਿਤਾਬ ਦਾ ਨਾਂ ਪੋਥੀ ਹੋ ਗਿਆ। ਇਹ ਪੁਰਾਤਨ ਜਨਮ ਸਾਖੀ ਦੀ ਸਾਖੀ ਨੰਬਰ 57 ਵਿੱਚ ਇਹ ਬਚਨ ਲਿਖੇ ਹੋਏ ਨੇ ਜੋ ਤੁਹਾਡੇ ਸਾਹਮਣੇ ਨੇ। ਤਿਤ ਮਹਿਲ ਜੋ ਸ਼ਬਦ ਹੋਆ, ਤਿਤ ਮਹਿਲ ਦਾ ਮਤਲਬ ਹੈ ਗੁਰੂ ਨਾਨਕ। ਜੋ ਸ਼ਬਦ ਹੋਆ, ਜੋ ਰੱਬੀ ਕਲਾਮ, ਜੋ ਰੱਬੀ ਬਾਣੀ ਉਹਨਾਂ ਨੂੰ ਪ੍ਰਾਪਤ ਹੋਈ, ਅਤੇ ਜਿਹੜੀ ਬਾਣੀ ਉਹਨਾਂ ਸੰਤਾਂ, ਭਗਤਾਂ, ਸੂਫੀ ਫਕੀਰਾਂ ਦੀ ਇਕੱਠੀ ਕੀਤੀ, ਸੋ ਪੋਥੀ। ਉਹ ਪੋਥੀ ਦਾ ਰੂਪ ਧਾਰਨ ਕਰ ਗਈ ਸੀ ਤੇ ਉਹ ਪੋਥੀ ਗੁਰੂ ਅੰਗਦ ਜੋਗ ਮਿਲੀ। ਗੁਰੂ ਅੰਗਦ ਸਾਹਿਬ ਜੀ ਨੂੰ ਉਹ ਪੋਥੀ ਸਮਰਪਿਤ ਕਰ ਦਿੱਤੀ ਗਈ। ਗੁਰੂ ਨਾਨਕ ਸਾਹਿਬ ਨੇ ਆਪਣੀ ਹੋਸ਼ ਹਵਾਸ ਵਿੱਚ ਆਪਣੇ ਜਿਉਂਦਿਆਂ ਭਾਈ ਲਹਿਣਾ ਜੀ ਨੂੰ, ਬਾਬਾ ਲਹਿਣਾ ਜੀ ਨੂੰ ਆਪਣੇ ਸਥਾਨ ਤੇ ਸਥਾਪਿਤ ਕਰਕੇ, ਯਾਨੀ ਆਪਣੇ ਘਰ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਸੰਭਾਲ ਕੇ ਉਹ ਬਾਣੀ ਦੀ ਪੋਥੀ ਉਹਨਾਂ ਨੂੰ ਦੇ ਦਿੱਤੀ।
ਇਹ ਬਾਣੀ ਦੀਆਂ ਪੋਥੀਆਂ ਅੱਗੇ ਵੱਧਦੀਆਂ ਗਈਆਂ। ਗੁਰੂ ਅੰਗਦ ਸਾਹਿਬ ਨੇ ਆਪਣੀ ਬਾਣੀ ਲਿਖੀ, ਗੁਰੂ ਅਮਰਦਾਸ ਮਹਾਰਾਜ ਨੇ ਲਿਖੀ, ਗੁਰੂ ਰਾਮਦਾਸ ਸਾਹਿਬ ਨੇ ਲਿਖੀ, ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਬਾਣੀ। ਉਸ ਸਾਰੀ ਬਾਣੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਗ੍ਰੰਥ ਵਿੱਚ, ਇੱਕ ਬੀੜ ਵਿੱਚ ਸੰਕਲਨ ਕਰਵਾਇਆ ਤੇ ਕਰਵਾਇਆ ਭਾਈ ਗੁਰਦਾਸ ਜੀ ਪਾਸੋਂ ਰਾਮਸਰ ਵਾਲੀ ਜਗ੍ਹਾ ਤੇ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਤਕਰੀਬਨ 1 ਸਾਲ ਦਾ ਸਮਾਂ ਲੱਗਾ ਇਸ ਕਾਰਜ ਨੂੰ, ਤੇ ਸਾਲ ਦੇ ਸਮੇਂ ਵਿੱਚ ਭਾਈ ਗੁਰਦਾਸ ਜੀ ਨੇ ਇਸ ਬੀੜ ਦੀ ਪੂਰੀ ਤਿਆਰੀ ਕੀਤੀ। ਅਗਲੇ 15 ਦਿਨਾਂ ਵਿੱਚ ਉਹਨਾਂ ਨੇ ਇਸ ਬੀੜ ਦਾ ਤਤਕਰਾ ਬਣਾਇਆ, ਇਸ ਦੀ ਜਿਲਦ ਬੰਨੀ, ਤੇ ਫਿਰ ਆਖਰ 1 ਸਤੰਬਰ 1604 ਨੂੰ ਇਸ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕੀਤਾ ਗਿਆ। ਉਹਨਾਂ ਸਮਿਆਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਬਚਨ ਲਿਖੇ ਜੋ ਤੁਹਾਡੇ ਸਾਹਮਣੇ ਨੇ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਜਿਸ ਦਾ ਮਤਲਬ ਸੰਖੇਪ ਜਿਹਾ ਇਹ ਹੋ ਗਿਆ ਕਿ ਇਹ ਜਿਹੜੀ ਬਾਣੀ ਦੀ ਪੋਥੀ ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਿਆਰ ਕਰਵਾਇਆ ਭਾਈ ਗੁਰਦਾਸ ਜੀ ਪਾਸੋਂ, ਜਿਸ ਪੋਥੀ ਦਾ ਪ੍ਰਕਾਸ਼ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਕੀਤਾ, ਉਹ ਪੋਥੀ, ਉਹ ਪਵਿੱਤਰ ਅੰਮ੍ਰਿਤ ਬਾਣੀ ਗੁਰੂ ਸਾਹਿਬਾਂ ਦੀ, ਭਗਤਾਂ ਦੀ, ਸੰਤ ਜਨਾਂ ਦੀ ਪਰਮੇਸ਼ਰ ਕਾ ਥਾਨ ਹੋ ਨਿਬੜੀ। ਜਿਸ ਦਾ ਮਤਲਬ ਹੈ ਕਿ ਪਰਮੇਸ਼ਵਰ ਦੇ ਨਾਲ ਜੇ ਸਾਂਝ ਬਣਾਉਣੀ ਹੋਵੇ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੇ ਆਪਣੀ ਨੇੜਤਾ ਬਣਾਉਣੀ ਹੋਵੇ, ਤੇ ਉਹਦੇ ਲਈ ਇਹ ਪਵਿੱਤਰ ਪੋਥੀ ਤੁਹਾਡੀ ਸਹਾਇਤਾ ਕਰ ਸਕਦੀ ਏ। ਸੋ ਸਾਨੂੰ ਅੱਗੇ ਚੱਲ ਕੇ ਆਪਾਂ ਵੇਖਾਂਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਪੋਥੀ ਨੂੰ ਗੁਰੂ ਦਾ ਰੁਤਬਾ ਬਖਸ਼ਿਸ਼ ਕੀਤਾ, ਤੇ ਹੁਣ ਸਿੱਖਾਂ ਨੂੰ ਕਿਸੇ ਹੋਰ ਕੋਲ ਜਾਣ ਦੀ ਜ਼ਰੂਰਤ ਨਹੀਂ। ਆਓ ਅਸੀਂ ਸਮਝਦੇ ਹਾਂ, ਸਤਿਗੁਰੂ ਜੀ ਨੇ ਆਖਿਆ ਕਿ ਜਿਹੜੇ ਲੋਕ ਇਸ ਪੋਥੀ ਦੀ ਸਰਪ੍ਰਸਤੀ ਹੇਠਾਂ, ਇਸ ਦੀ ਅਗਵਾਈ ਹੇਠਾਂ ਇਕੱਠੇ ਹੋ ਕੇ ਬੈਠਣਗੇ ਸਾਧ ਸੰਗਤ ਦੇ ਰੂਪ ਵਿੱਚ, ਤੇ ਉੱਥੇ ਬਹਿ ਕੇ ਪਰਮੇਸ਼ਵਰ ਦੇ ਗੁਣ ਗਾਇਨ ਕਰਨਗੇ, ਜਿਹੜਾ ਵੀ ਮਨੁੱਖੇ ਕਰਮ ਕਰੇਗਾ ਉਸ ਨੂੰ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੋਏਗਾ। ਪੂਰਨ ਬ੍ਰਹਮ ਗਿਆਨ ਤੋਂ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਹੋਏਗਾ। ਬ੍ਰਹਮ ਮੈਨੇ ਪਰਮਾਤਮਾ, ਗਿਆਨ ਮੈਨੇ ਜਾਣਕਾਰੀ, ਪੂਰਨ ਮੈਨੇ ਪੂਰਨ ਤੌਰ ਤੇ। ਜਿਹੜਾ ਵੀ ਮਨੁੱਖ ਇਸ ਸਾਧ ਸੰਗਤ ਵਿੱਚ ਬੈਠ ਕੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਲੈ ਕੇ ਪ੍ਰਭੂ ਦੇ ਗੁਣ ਗਾਏਗਾ, ਉਸ ਨੂੰ ਪ੍ਰਭੂ ਦਾ ਗਿਆਨ ਹਾਸਲ ਹੋ ਜਾਏਗਾ। ਆਓ ਅਸੀਂ ਇਸ ਤੋਂ ਅੱਗੇ ਵੇਖਦੇ ਹਾਂ। ਪੋਥੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਮਦਮੇ ਸਾਹਿਬ ਵਾਲੇ ਤੇ ਜਦੋਂ ਪਹੁੰਚੇ, ਸਥਾਨ ਤੇ ਜਦੋਂ ਪਹੁੰਚੇ, ਉੱਥੇ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਉਸ ਬੀੜ ਵਿੱਚ ਦਰਜ ਕਰਵਾਈ। ਇਸੇ ਹੀ ਬੀੜ ਨੂੰ ਬਾਅਦ ਵਿੱਚ ਦਮਦਮੇ ਵਾਲੀ ਬੀੜ ਆਖਿਆ ਜਾਣ ਲੱਗ ਪਿਆ। ਇਹ ਦਮਦਮੇ ਵਾਲੀ ਬੀੜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਨ 1705 ਤੇ 1706 ਦੇ ਵਿਚਕਾਰਲੇ ਸਮੇਂ ਵਿੱਚ ਉਹਨਾਂ ਨੇ ਤਿਆਰ ਕਰਵਾਈ, ਜਿਸ ਨੂੰ ਇਤਿਹਾਸਕਾਰ ਇਸ ਢੰਗ ਨਾਲ ਬਿਆਨ ਕਰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮੁੱਚੀ ਬਾਣੀ ਆਦਿ ਬੀੜ ਵਾਲੀ, ਜਿਹਦੇ ਵਿੱਚ ਸਾਰੀ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਤੇ 6 ਗੁਰੂ ਸਾਹਿਬਾਨ, 5 ਗੁਰੂ ਸਾਹਿਬਾਨ ਦੀ ਬਾਣੀ ਦਰਜ ਸੀ। ਉਸ ਸਾਰੀ ਬਾਣੀ ਨੂੰ ਆਪਣੇ ਕੰਠ ਤੋਂ ਉਚਾਰਨ ਕੀਤਾ ਤੇ ਉਹਦੇ ਨਾਲ ਨਾਲ 9ਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਵੀ ਆਪਣੇ ਕੰਠ ਤੋਂ ਉਚਾਰ ਕੇ ਭਾਈ ਮਣੀ ਸਿੰਘ ਜੀ ਪਾਸੋਂ ਇਹ ਬੀੜ ਲਿਖਵਾਈ, ਜੋ ਅੱਜ ਆਪਣੇ ਪਾਸ ਮੌਜੂਦ ਹੈ। ਇਸ ਬੀੜ ਨੂੰ ਉਸ ਵਕਤ ਦਮਦਮੇ ਵਾਲੀ ਬੀੜ ਆਖਿਆ ਜਾਣ ਲੱਗ ਪਿਆ ਸੀ।
ਸੋ ਇਹ ਦਮਦਮੇ ਵਾਲੀ ਬੀੜ ਤੋਂ ਬਾਅਦ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨਾਂਦੇੜ ਪਹੁੰਚੇ, ਮਹਾਰਾਸ਼ਟਰ ਦੀ ਧਰਤੀ ਤੇ। ਉੱਥੇ ਜਾਣ ਤੋਂ ਪਹਿਲਾਂ ਇਸ ਬੀੜ ਦੀਆਂ ਕਈ ਕਾਪੀਆਂ ਕੀਤੀਆਂ ਜਾ ਚੁੱਕੀਆਂ ਸਨ। ਵੈਸੇ ਜ਼ਿਆਦਾਤਰ ਹਵਾਲਾ 4 ਪੋਥੀਆਂ ਦਾ ਮਿਲਦਾ ਹੈ, 4 ਬੀੜਾਂ ਦਾ ਮਿਲਦਾ ਹੈ, ਪਰ ਕੁਝ ਵਿਦਵਾਨਾਂ ਦਾ ਮਤ ਹੈ ਕਿ ਕੁਝ ਹੋਰ ਵੀ ਬੀੜਾਂ ਤਿਆਰ ਹੋ ਚੁੱਕੀਆਂ ਸਨ। ਸੋ ਜਿੰਨੀਆਂ ਵੀ ਹੋਈਆਂ, ਉਹਨਾਂ ਵਿੱਚੋਂ ਇੱਕ ਬੀੜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਨਾਲ ਹਜ਼ੂਰ ਸਾਹਿਬ ਨਾਂਦੇੜ ਵਿਖੇ ਲੈ ਗਏ ਸਨ ਤੇ ਆਪ ਜੀ ਨੇ 1708 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਯਾਨੀ ਆਦਿ ਬੀੜ ਨੂੰ ਆਖ ਲਈਏ ਜਾਂ ਦਮਦਮੀ ਬੀੜ ਨੂੰ ਆਖ ਲਈਏ, ਉਹਨਾਂ ਨੇ ਗੁਰਿਆਈ ਗੱਦੀ ਬਖਸ਼ ਕੇ ਆਪ ਉਹਨਾਂ ਨੇ ਸਤਿਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਤੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦਾ ਜੋ ਬਚਨ ਹੈ ਉਹਨਾਂ ਨੇ ਜਾਰੀ ਕੀਤਾ। ਸੋ ਇਸ ਤਰ੍ਹਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਇੱਕ ਕਿਤਾਬ ਦੇ ਰੂਪ ਤੋਂ ਚੱਲਦਾ ਪੋਥੀ ਦਾ ਰੂਪ ਅਖਤਿਆਰ ਕਰਨ ਤੋਂ ਬਾਅਦ ਆਦਿ ਬੀੜ ਦਾ ਰੂਪ ਧਾਰਨ ਕੀਤਾ। ਆਦਿ ਬੀੜ ਤੋਂ ਬਾਅਦ ਇਹ ਦਮਦਮੇ ਵਾਲੀ ਬੀੜ ਬਣੀ ਤੇ ਦਮਦਮੇ ਵਾਲੀ ਬੀੜ ਤੋਂ ਬਾਅਦ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਖਵਾਏ। ਤੇ ਹੁਣ ਅਸੀਂ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਉਸ ਉਪਦੇਸ਼ ਵਿੱਚੋਂ ਟੂਕ ਮਾਤਰ ਗੱਲ ਆਪ ਜੀ ਨਾਲ ਕਰਕੇ ਤੇ ਅੱਜ ਦੀ ਵਿਚਾਰ ਮੈਂ ਸਮਾਪਤ ਕਰਾਂਗਾ। ਸਤਿਗੁਰਾਂ ਦਾ ਉਪਦੇਸ਼ ਕੀ ਏ? ਗੁਰੂਆਂ ਦੇ ਉਪਦੇਸ਼ ਭਰੇ ਪਏ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਾਡੇ ਜੀਵਨ ਦੇ ਹਰ ਪਹਿਲੂ ਤੋਂ ਉਪਦੇਸ਼ ਜਾਂ ਗਿਆਨ ਬਖਸ਼ਦੇ ਨੇ। ਚਾਹੇ ਸਾਡਾ ਉਹ ਜੀਵਨ ਪਰਿਵਾਰਕ ਹੋਵੇ, ਚਾਹੇ ਸਾਡਾ ਜੀਵਨ ਸਮਾਜਿਕ ਹੋਵੇ ਜਾਂ ਸੰਸਾਰਕ ਹੋਵੇ, ਧਾਰਮਿਕ ਹੋਵੇ, ਪਰਮਾਰਥਿਕ ਹੋਵੇ ਜਾਂ ਉਹਦਾ ਖੇਤਰ ਕੋਈ ਹੋਰ ਹੋਵੇ, ਸਾਰਿਆਂ ਪਹਿਲੂਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅਗਵਾਈ ਬਖਸ਼ਿਸ਼ ਕਰਦੇ ਨੇ। ਔਰ ਮੈਂ ਇੱਕ ਗੱਲ ਹੋਰ ਵੀ ਆਖਣਾ ਚਾਹਾਂਗਾ ਕਿ ਦੁਨੀਆ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਵਡਿਆਈ ਹੈ ਉਹ ਆਪਣੇ ਆਪ ਵਿੱਚ ਇੱਕ ਵਿਲੱਖਣ ਥਾਂ ਰੱਖਦੀ ਏ। ਉਹ ਕਿਉਂ ਰੱਖਦੀ ਏ? ਕਿਉਂਕਿ ਇੱਕੋ ਇੱਕ ਇਸ ਧਰਤੀ ਉੱਤੇ ਅਜਿਹਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਪਵਿੱਤਰ ਗ੍ਰੰਥ ਹੈ ਜੋ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ। ਸੋ ਇਹ ਸਾਂਝੀਵਾਲਤਾ ਦਾ ਜਿਹੜਾ ਉਪਦੇਸ਼ ਏ, ਇਹ ਕਿਸੇ ਇੱਕ ਧਰਮ ਦੇ ਧਾਰਨੀਆਂ ਨੂੰ ਨਹੀਂ, ਨਾ ਸਿੱਖਾਂ ਨੂੰ, ਨਾ ਕੇਵਲ ਹਿੰਦੂਆਂ ਨੂੰ, ਨਾ ਕੇਵਲ ਇਸਲਾਮ ਦੇ ਧਾਰਨੀਆਂ ਨੂੰ ਜਾਂ ਹੋਰ ਧਰਮਾਂ ਦੇ ਲੋਕਾਂ ਨੂੰ, ਸਗੋਂ ਇਹ ਸਮੁੱਚੀ ਮਾਨਵਤਾ ਲਈ ਪਵਿੱਤਰ ਗ੍ਰੰਥ ਹੈ ਤੇ ਸਮੁੱਚੀ ਮਾਨਵਤਾ ਨੂੰ ਇਹ ਉਪਦੇਸ਼ ਬਖਸ਼ਿਸ਼ ਕਰਦਾ ਹੈ। ਆਓ ਅਸੀਂ ਇਸ ਦੇ ਪਵਿੱਤਰ ਉਪਦੇਸ਼ ਨੂੰ ਸਮਝੀਏ। ਅੱਜ ਜਿਹੜਾ ਮੈਂ ਤੁਹਾਡੇ ਨਾਲ ਇਹ ਉਪਦੇਸ਼ ਗੁਰੂ ਜੀ ਦਾ ਸਾਂਝਾ ਕਰਨਾ ਹੈ, ਇਹਦੇ ਵਿੱਚ 2 ਚੀਜ਼ਾਂ ਮੁੱਖ ਰੂਪ ਵਿੱਚ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਇਹ ਕਿ ਸਾਨੂੰ ਸਭਨਾਂ ਨੂੰ ਇਕੱਠਿਆਂ ਹੋਣਾ ਚਾਹੀਦਾ ਹੈ। ਜੋ ਸਾਡੇ ਅੰਦਰ ਵਿਤਕਰੇ ਪੈਦਾ ਹੋ ਗਏ ਨੇ, ਤੇਰ ਤੇ ਮੇਰ ਦੀ ਭਾਵਨਾ ਬਣ ਗਈ ਏ, ਉੱਚੇ ਤੇ ਨੀਵੇਂ ਹੋਣ ਦੀ ਭਾਵਨਾ ਬਣੀ ਹੋਈ ਏ, ਅਮੀਰੀ ਤੇ ਗਰੀਬੀ, ਇਲਾਕਾਵਾਦ, ਪਿੰਡਵਾਦ, ਸ਼ਹਿਰਵਾਦ, ਸਾਡੇ ਜਾਤੀਵਾਦ, ਕਿੰਨੇ ਵਾਦ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਹਨਾਂ ਵਾਦਾਂ ਵਿਵਾਦਾਂ ਤੋਂ ਸਾਨੂੰ ਕੱਢਦੇ ਨੇ ਤੇ ਕੀ ਆਖਦੇ ਨੇ? ਹੋਏ ਇਕੱਤਰ ਮਿਲੋ ਮੇਰੇ ਭਾਈ। ਕੇਵਲ ਸਿੱਖਾਂ ਨੂੰ ਨਹੀਂ ਕਹਿ ਰਹੇ, ਸਗੋਂ ਸਮੁੱਚੀ ਮਾਨਵਤਾ ਨੂੰ ਆਖਦੇ ਨੇ, ਐ ਮੇਰੇ ਭਰਾਵੋ, ਸਾਰੇ ਦੇ ਸਾਰੇ ਜਿੰਨੇ ਵੀ ਤੁਸੀਂ ਮਨੁੱਖ ਜਾਤੀ ਵਿੱਚ ਲੋਕ ਇਸ ਧਰਤੀ ਉੱਤੇ ਪੈਦਾ ਹੋਏ ਹੋ, ਚਾਹੇ ਤੁਸੀਂ ਮਰਦ ਦੇ ਰੂਪ ਵਿੱਚ ਹੋ, ਚਾਹੇ ਤੁਸੀਂ ਔਰਤ ਦੇ ਰੂਪ ਵਿੱਚ ਹੋ, ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਵੋ। ਦੁਬਿਧਾ ਦੂਰ ਕਰੋ ਲਿਵ ਲਾਏ। ਇਕੱਠੇ ਹੋ ਕੇ ਕਰੋ ਕਿ ਝਗੜੇ ਨਹੀਂ ਕਰੋ।
ਲੜਾਈਆਂ ਨਹੀਂ ਵਧਾਓ, ਤੂੰ ਨੀਵਾਂ ਏ ਮੈਂ ਉੱਚਾ ਹਾਂ, ਇਸ ਹਉਮੈ ਨੂੰ ਪੱਠੇ ਨਾ ਪਾਓ। ਸਗੋਂ ਕੀ ਕਰੋ, ਦੁਬਿਧਾ ਜਿਹੜੀ ਇਹ ਤੇਰ ਤੇ ਮੇਰ ਵਾਲੀ ਭਾਵਨਾ ਸਾਡੇ ਮਨਾਂ ਵਿੱਚ ਬਣੀ ਹੈ, ਇਸ ਨੂੰ ਦੂਰ ਕਰੋ। ਦੂਰ ਕਿਵੇਂ ਕਰੋ? ਲਿਵ ਲਾ ਕੇ। ਜਦੋਂ ਅਸੀਂ ਪ੍ਰਭੂ ਦੇ ਨਾਲ ਲਿਵ ਲਾਵਾਂਗੇ, ਇਹ ਦੁਬਿਧਾ ਸਹਿ ਸੁਭਾਏ ਮਿਟੇਗੀ। ਜਿੰਨੇ ਸੰਸਾਰ ਦੇ ਅੰਦਰ ਮਹਾਂਪੁਰਸ਼ ਹੋਏ ਨੇ ਗੁਰੂਆਂ ਦੇ ਪੱਧਰ ਜਾਂ ਲੈਵਲ ਦੇ, ਉਹਨਾਂ ਸਾਰਿਆਂ ਮਹਾਂਪੁਰਸ਼ਾਂ ਨੇ ਮਨੁੱਖਤਾ ਨੂੰ ਇੱਕੋ ਹੀ ਨਿਗਾਹ ਨਾਲ ਵੇਖਿਆ। ਉਹਨਾਂ ਨੇ ਕਦੀ ਕਿਸੇ ਵਿੱਚ ਦੁਵੇਸ਼ ਭਾਵਨਾ ਨਹੀਂ ਖੜੀ ਕੀਤੀ, ਨਾ ਹੀ ਗੁਰੂ ਸਾਹਿਬ ਕਰ ਰਹੇ ਨੇ ਤੇ ਸਾਨੂੰ ਸਲਾਹ ਦੇ ਰਹੇ ਨੇ, ਜਦੋਂ ਤੁਸੀਂ ਆਪਣੀ ਲਿਵ ਪ੍ਰਭੂ ਪ੍ਰੀਤਮ ਨਾਲ ਜੋੜੋਗੇ, ਉਸ ਮਾਲਕ ਵਿੱਚ ਜਦੋਂ ਤੁਸੀਂ ਜੁੜ ਜਾਓਗੇ ਤੇ ਸਮੁੱਚੀ ਮਾਨਵਤਾ ਉਸ ਦੇ ਬੱਚੇ ਤੁਹਾਨੂੰ ਪ੍ਰਤੀਤ ਹੋਣ ਲੱਗ ਪੈਣਗੇ। ਫਿਰ ਕੇਵਲ ਤੁਹਾਡੇ ਪਰਿਵਾਰ ਦੇ 2-4 ਬੱਚੇ ਹੀ ਤੁਹਾਡੇ ਨਹੀਂ ਹੋਣਗੇ, ਕੇਵਲ ਇੱਕ ਪਿਤਾ ਹੀ ਜੋ ਤੁਹਾਡੇ ਪਰਿਵਾਰ ਵਿੱਚ, ਇੱਕ ਮਾਤਾ ਹੀ ਜੋ ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ, ਉਹ ਮਾਤਾ ਪਿਤਾ ਹੀ ਨਹੀਂ ਹੋਣਗੇ, ਸਗੋਂ ਸਮੁੱਚੀ ਮਾਨਵਤਾ ਅੰਦਰ ਜਿੰਨੇ ਬਜ਼ੁਰਗ ਨੇ ਤੁਹਾਡੇ ਮਾਤਾ ਪਿਤਾ ਹੋਣਗੇ, ਜਿੰਨੇ ਤੁਹਾਡੇ ਬਰਾਬਰ ਦੇ ਲੋਕ ਨੇ ਤੁਹਾਡੇ ਭੈਣਾਂ ਭਰਾ ਹੋਣਗੇ, ਜਿੰਨੇ ਤੁਹਾਡੇ ਤੋਂ ਛੋਟੀ ਉਮਰ ਦੇ ਨੇ ਤੁਹਾਡੇ ਬੱਚਿਆਂ ਸਮਾਨ ਹੋਣਗੇ। ਤੇ ਇਸ ਨੂੰ ਅਸੀਂ ਇਸ ਤਰ੍ਹਾਂ ਆਖ ਸਕਦੇ, ਏਕ ਪਿਤਾ ਏਕ ਸਕੇ ਹਮ ਬਾਰਕ। ਅਸੀਂ ਸਾਰੇ ਉਸ ਇੱਕ ਪਰਮ ਪਿਤਾ ਪ੍ਰਮਾਤਮਾ ਦੀ ਔਲਾਦ ਹਾਂ। ਇਹ ਗੱਲ ਸਾਨੂੰ ਸਾਡੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ। ਪਰ ਇਹ ਗੱਲ ਸਾਡੇ ਅਮਲ ਵਿੱਚ ਕਦੋਂ ਆਏਗੀ? ਜਦੋਂ ਅਸੀਂ ਲਿਵ ਲਾਵਾਂਗੇ ਪਰਮਾਤਮਾ ਨਾਲ। ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਐ ਭਾਈ ਗੁਰਮੁਖੋ ਸਾਰੇ ਇਕੱਠੇ ਹੋਵੋ, ਇੱਕ ਸਫ ਤੇ ਬੈਠੋ, ਭਾਵ ਇੱਕ ਜਗ੍ਹਾ ਤੇ ਬੈਠੋ ਤੇ ਪਰਮੇਸ਼ਵਰ ਦੇ ਨਾਮ ਦੇ ਸੰਗੀ ਬਣੋ। ਜੋੜੀ ਮੈਨੇ ਸਾਥੀ ਬਣੋ। ਅਸੀਂ ਸਾਥੀ ਕਿਵੇਂ ਬਣਦੇ ਹਾਂ? ਜਾਂ ਕੋਈ ਅਸੀਂ ਆਪਣੇ ਸਵਾਰਥ ਨੂੰ ਧਿਆਨ ਵਿੱਚ ਰੱਖ ਕੇ ਕਿਸੇ ਦੇ ਸਾਥੀ ਬਣਦੇ ਹਾਂ ਜਾਂ ਬਣਾਉਂਦੇ ਹਾਂ, ਜਾਂ ਫਿਰ ਸਾਡੇ ਅੰਦਰ ਕੁਝ ਵਿਕਾਰ ਨੇ, ਉਹਨਾਂ ਵਿਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਦੂਸਰਿਆਂ ਦੇ ਸਾਥੀ ਬਣਦੇ ਤੇ ਉਹਨਾਂ ਨੂੰ ਆਪਣੇ ਸਾਥੀ ਬਣਾਉਂਦੇ ਹਾਂ। ਪਰ ਸਤਿਗੁਰੂ ਸਾਨੂੰ ਸਲਾਹ ਦਿੰਦੇ ਨੇ, ਹਰ ਨਾਮੈ ਕੇ ਹੋਵੋ ਜੋੜੀ। ਪਰਮੇਸ਼ਵਰ ਦੇ ਨਾਮ ਦੇ ਸਾਥੀ ਇੱਕ ਦੂਜੇ ਦੇ ਬਣੋ, ਭਾਵ ਸਤ ਸੰਗੀ ਬਣੋ। ਗੁਰਮੁਖ ਬਣ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਇਸ ਸਫ ਦੇ ਉੱਤੇ ਬੈਠ ਕੇ, ਇਸ ਇੱਕ ਦਰੀ ਤੇ ਬੈਠ ਕੇ ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰੋ, ਉਸ ਦੇ ਨਾਲ ਲਿਵ ਲਾਓ। ਲਿਵ ਲਾਉਣ ਨਾਲ ਤੁਹਾਡੀ ਦੁਬਿਧਾ ਬਿਨਸ ਜਾਏਗੀ। ਜਿਵੇਂ ਹੀ ਦੁਬਿਧਾ ਬਿਨਸੇਗੀ, ਸਾਨੂੰ ਇਹ ਸਮੁੱਚੀ ਮਾਨਵਤਾ ਇੱਕ ਪ੍ਰਭੂ ਦੇ ਬੱਚੇ ਨਜ਼ਰ ਆਉਣ ਲੱਗ ਪੈਣਗੇ। ਅੱਜ ਦਾ ਇਹ ਸੰਦੇਸ਼ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਪੱਲੇ ਬੰਨ੍ਹ ਕੇ ਲੈ ਜਾਈਏ ਤੇ ਸਾਡਾ ਇਹ ਗੁਰਪੁਰਬ ਮਨਾਇਆ ਹੋਇਆ ਸਫਲ ਹੋ ਜਾਏਗਾ। ਇਨ੍ਹਾਂ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।